ਮੇਰਾ ਨਾਮ ਪ੍ਰਦੀਪ ਬੰਸਲ। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਰਾਹੀਂ ਅਸੀਂ ਪਾਠ ਨੰਬਰ 12 ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ ਦੇ ਅਸੀਂ ਨੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਸਨ। ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 13 ਮੌਰੀਆ ਅਤੇ ਸੁੰਗ ਕਾਲ ਬਾਰੇ ਉਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ, ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ? ਸਿਕੰਦਰ ਮਕਦੂਨੀਆ ਦਾ ਇੱਕ ਮਹਾਨ ਜੇਤੂ ਸੀ। ਉਹ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ। ਉਸਨੇ ਭਾਰਤ 'ਤੇ ਹਮਲਾ 326 ਈਸਵੀ ਪੂਰਵ ਵਿੱਚ ਕੀਤਾ। ਉਸਨੇ ਰਾਜੇ ਪੋਰਸ ਨੂੰ ਹਰਾਇਆ, ਪਰੰਤੂ ਸਿਕੰਦਰ ਨੂੰ ਬਿਆਸ ਨਦੀ ਤੋਂ ਹੀ ਮੁੜਨਾ ਪਿਆ। ਜੋ ਸਿਕੰਦਰ ਸੀ, ਸਿਕੰਦਰ ਮਕਦੂਨੀਆ ਇੱਕ ਜਗ੍ਹਾ ਦਾ ਨਾਂ, ਇੱਕ ਦੇਸ਼ ਦਾ ਨਾਂ ਹੈ, ਉੱਥੋਂ ਦਾ ਰਾਜਾ ਸੀ। ਉਹ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ। ਉਹ ਭਾਰਤ ਬਾਰੇ ਵੀ ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਭਾਰਤ ਨੂੰ ਵੀ ਜਿੱਤਣਾ ਚਾਹੁੰਦਾ ਸੀ, ਜਿਸ ਮਕਸਦ ਨਾਲ ਉਸਨੇ 326 ਈਸਵੀ ਪੂਰਵ ਵਿੱਚ ਭਾਰਤ ਉੱਤੇ ਹਮਲਾ ਕੀਤਾ ਸੀ। ਪਰ ਜਦੋਂ ਉਸਨੇ ਭਾਰਤੀ ਲੋਕਾਂ ਦੀ ਬਹਾਦਰੀ ਦੇਖੀ ਤਾਂ ਉਸਦੇ ਸੈਨਿਕ ਡਰ ਗਏ। ਉਹਨਾਂ ਨੇ ਬਿਆਸ ਨਦੀ ਤੋਂ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ ਸੀ। ਇਸ ਕਰਕੇ ਉਸ ਨੂੰ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ ਸੀਗਾ ਅਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਜੇਕਰ ਅਸੀਂ ਨਕਸ਼ੇ ਦੇ ਵਿੱਚ ਦੇਖੀਏ ਤਾਂ ਸਿਕੰਦਰ ਆ ਰਿਹਾ ਮਕਦੂਨੀਆ, ਸਿਕੰਦਰ ਇੱਥੋਂ ਚੱਲਿਆ ਸੀ। ਇੱਥੋਂ ਜਿੱਤਾਂ ਪ੍ਰਾਪਤ ਕਰਦਾ ਹੋਇਆ ਸਿਕੰਦਰ ਹੌਲੀ ਹੌਲੀ ਕਰਦੇ ਹੋਏ ਭਾਰਤ ਪਹੁੰਚਿਆ ਸੀ ਅਤੇ ਭਾਰਤ ਵਿੱਚ ਜਿਹਲਮ ਨਦੀ ਦੇ ਕੰਢੇ ਜਿਸ ਦਾ ਵੈਦਿਕ ਨਾਮ ਬਿਤਸਤਾ ਸੀ, ਜਿਹਲਮ ਨਦੀ ਦੇ ਕੰਢੇ ਰਾਜਾ ਪੋਰਸ ਨੂੰ ਹਰਾਇਆ ਸੀਗਾ। ਉਸ ਤੋਂ ਬਾਅਦ ਉਸਦੇ ਸੈਨਿਕਾਂ ਨੇ ਅੱਗੇ ਵਧਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਰਕੇ ਉਹ ਇਸ ਰਸਤੇ ਹੀ ਵਾਪਸ ਚਲਾ ਗਿਆ। ਅੱਗੇ ਜਾ ਕੇ ਉਹ ਵਾਪਸ ਜਾਂਦਾ ਹੋਇਆ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਸੀ। ਉਹ ਆਪਣੇ ਦੇਸ਼ ਤੱਕ ਵਾਪਸ ਨਹੀਂ ਪਹੁੰਚ ਸਕਿਆ ਸੀ। ਕੌਟਲਿਆ ਬਾਰੇ ਇੱਕ ਨੋਟ ਲਿਖੋ। ਕੌਟਲਿਆ ਨੂੰ ਚਾਣਕਿਆ, ਵਿਸ਼ਨੂਗੁਪਤ ਵੀ ਕਿਹਾ ਜਾਂਦਾ ਹੈ। ਉਹ ਇੱਕ ਮਹਾਨ ਵਿਦਵਾਨ ਸੀ। ਉਹ ਚੰਦਰਗੁਪਤ ਮੌਰਿਆ ਦਾ ਗੁਰੂ ਸੀ। ਉਸਨੇ ਅਰਥ ਸ਼ਾਸਤਰ ਨਾਂ ਦੀ ਇੱਕ ਪੁਸਤਕ ਲਿਖੀ ਸੀ। ਅਸੀਂ ਚਿੱਤਰ ਦੇ ਵਿੱਚ ਕੌਟਲਿਆ ਦਾ ਚਿੱਤਰ ਦੇਖ ਸਕਦੇ ਹਾਂ। ਉਹ ਚੰਦਰਗੁਪਤ ਮੌਰਿਆ, ਕਿਉਂਕਿ 326 ਈਸਵੀ ਪੂਰਵ ਵਿੱਚ ਜਦੋਂ ਸਿਕੰਦਰ ਨੇ ਭਾਰਤ 'ਤੇ ਹਮਲਾ ਕੀਤਾ ਸੀ ਤਾਂ ਉਸ ਤੋਂ ਬਾਅਦ 321 ਈਸਵੀ ਵਿੱਚ ਚੰਦਰਗੁਪਤ ਮੌਰਿਆ ਨੇ ਆਪਣੇ ਗੁਰੂ ਕੌਟਲਿਆ ਨਾਲ ਮਿਲ ਕੇ ਨੰਦ ਵੰਸ਼ ਦਾ ਖਾਤਮਾ ਕਰਕੇ ਮੌਰੀਆ ਵੰਸ਼ ਦੀ ਨੀਂਹ ਰੱਖੀ ਸੀ। ਅਤੇ ਨੀਂਹ ਰੱਖਣ ਤੋਂ ਬਾਅਦ ਕੌਟਲਿਆ ਚੰਦਰਗੁਪਤ ਮੌਰਿਆ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਅਤੇ ਜਿਸ ਨੇ ਸ਼ਾਸਨ ਪ੍ਰਬੰਧ ਬਾਰੇ ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਕੌਟਲਿਆ ਦੀ ਅਰਥ ਸ਼ਾਸਤਰ ਨਾਂ ਦੀ ਪੁਸਤਕ ਅਰਥ ਵਿਵਸਥਾ ਬਾਰੇ ਸੀ। ਇਸ ਦੇ ਨਾਮ ਤੋਂ ਲੱਗਦਾ ਹੈ, ਪਰ ਅਰਥ ਸ਼ਾਸਤਰ ਦੀ ਪੁਸਤਕ ਜੋ ਕੌਟਲਿਆ ਨੇ ਲਿਖੀ ਸੀ ਉਹ ਸ਼ਾਸਨ ਪ੍ਰਬੰਧ ਬਾਰੇ ਹੈ ਕਿ ਸ਼ਾਸਨ ਕਿਸ ਤਰ੍ਹਾਂ ਕਰਨਾ ਹੈ। ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ? 321 ਈਸਵੀ ਦੇ ਵਿੱਚ ਜਦੋਂ ਚੰਦਰਗੁਪਤ ਮੌਰਿਆ ਨੇ ਮੌਰਿਆ ਵੰਸ਼ ਦੀ ਨੀਂਹ ਰੱਖੀ ਸੀ ਤਾਂ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਿੰਦੂਸਾਰ ਰਾਜਾ ਬਣਿਆ ਸੀ। ਬਿੰਦੂਸਾਰ ਦੀ ਮੌਤ ਤੋਂ ਬਾਅਦ 273 ਈਸਵੀ ਪੂਰਵ ਵਿੱਚ ਅਸ਼ੋਕ ਰਾਜਾ ਬਣਿਆ ਸੀ। 261 ਈਸਵੀ ਪੂਰਵ ਵਿੱਚ ਕਲਿੰਗ, ਜੋ ਵਰਤਮਾਨ ਉੜੀਸਾ ਦਾ ਖੇਤਰ ਹੈ, ਉਸ ਨੂੰ ਪ੍ਰਾਚੀਨ ਕਾਲ ਦੇ ਵਿੱਚ ਕਲਿੰਗ ਕਿਹਾ ਜਾਂਦਾ ਸੀ। ਕਲਿੰਗ ਦੇ ਯੁੱਧ ਵਿੱਚ 261 ਈਸਵੀ ਪੂਰਵ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਸੀ। ਉਸ ਖੂਨ ਖਰਾਬੇ ਨੂੰ ਦੇਖਦੇ ਹੋਏ ਕਲਿੰਗ ਦੇ ਯੁੱਧ ਤੋਂ ਬਾਅਦ ਲੜਾਈ ਨੂੰ ਤਿਆਗ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ। ਉਸ ਖੂਨ ਖਰਾਬੇ ਤੋਂ ਬਾਅਦ ਅਸ਼ੋਕ ਦੇ ਦਿਲ ਦੇ ਉੱਤੇ ਇੰਨਾ ਸਦਮਾ ਲੱਗਿਆ ਕਿ ਉਸਨੇ ਯੁੱਧ ਨੀਤੀ ਨੂੰ ਤਿਆਗ ਦਿੱਤਾ ਅਤੇ ਧਰਮ ਨੀਤੀ ਨੂੰ ਅਪਣਾ ਲਿਆ ਸੀ। ਉਸਨੇ ਬੁੱਧ ਧਰਮ ਨੂੰ ਅਪਣਾਇਆ ਸੀ। ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ। ਉਸਨੇ ਸ਼ਿਕਾਰ ਕਰਨਾ ਆਪ ਹੀ ਛੱਡਿਆ ਸੀ ਅਤੇ ਸ਼ਿਕਾਰ ਕਰਨ ਦੀ ਮਨਾਹੀ ਵੀ ਲਾ ਦਿੱਤੀ ਸੀ। ਉਸਨੇ ਮਾਨਵਤਾ ਦੀ ਭਲਾਈ ਲਈ ਸੜਕਾਂ, ਸਰਾਵਾਂ, ਹਸਪਤਾਲ ਬਣਵਾਏ ਤਾਂ ਜੋ ਵੱਧ ਤੋਂ ਵੱਧ ਉਹ ਲੋਕਾਂ ਦਾ ਭਲਾ ਕਰ ਸਕੇ।
ਉਹ ਇਸ ਕੰਮ ਨੂੰ ਕਰਨ ਲਈ ਉਸਨੇ ਖੂਹ, ਸੜਕਾਂ ਆਦਿ ਖੁਦਵਾਏ ਸਨ। ਜੇਕਰ ਇਹ ਚਿੱਤਰ ਦੇ ਵਿੱਚ ਅਸੀਂ ਦੇਖੀਏ ਤਾਂ ਇੱਧਰ ਵਾਲੇ ਖੱਬੇ ਹੱਥ ਵਾਲੇ ਚਿੱਤਰ ਦੇ ਵਿੱਚ ਅਸ਼ੋਕ ਬੁੱਧ ਧਰਮ ਨੂੰ ਜਿਸ ਨੂੰ ਉਸਨੇ ਅਪਣਾ ਲਿਆ ਸੀ, ਬੁੱਧ ਧਰਮ ਦਾ ਉਪਾਸਕ ਬਣ ਗਿਆ ਸੀ। ਮੌਰਿਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ? ਚੰਦਰਗੁਪਤ ਮੌਰਿਆ ਇੱਕ ਵੱਡਾ ਮੌਰੀਆ ਕਾਲ ਦਾ ਚੰਦਰਗੁਪਤ ਮੌਰੀਆ ਅਤੇ ਅਸ਼ੋਕ ਕਲਾ ਦੇ ਬਹੁਤ ਪ੍ਰੇਮੀ ਸਨ। ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ ਸੀ। ਪਾਟਲੀਪੁੱਤਰ, ਜਿਸ ਨੂੰ ਅੱਜ ਕੱਲ੍ਹ ਅਸੀਂ ਪਟਨਾ ਕਹਿੰਦੇ ਹਾਂ, ਉੱਥੇ ਚੰਦਰਗੁਪਤ ਮੌਰੀਆ ਨੇ ਆਪਦੇ ਰਹਿਣ ਦੇ ਲਈ ਬਹੁਤ ਵੱਡਾ ਰਾਜ ਮਹਿਲ ਬਣਵਾਇਆ ਸੀ। ਉਸ ਤੋਂ ਬਾਅਦ ਉਸਦੇ ਪੋਤਰੇ ਅਸ਼ੋਕ ਵੀ ਕਲਾ ਦਾ ਪ੍ਰੇਮੀ ਸੀ। ਅਸ਼ੋਕ ਨੇ ਮੱਧ ਪ੍ਰਦੇਸ਼ ਵਿੱਚ ਸਾਂਚੀ ਦਾ ਸਤੂਪ ਬਣਵਾਇਆ ਸੀ। ਅਸ਼ੋਕ ਨੇ ਮੱਧ ਪ੍ਰਦੇਸ਼ ਵਿੱਚ ਸਾਂਚੀ ਦੇ ਸਤੂਪ ਦਾ ਨਿਰਮਾਣ ਕਰਾਇਆ, ਕਿਉਂਕਿ ਅਸ਼ੋਕ ਨੇ ਕਲਿੰਗ ਦੇ ਯੁੱਧ ਤੋਂ ਬਾਅਦ ਬੁੱਧ ਧਰਮ ਨੂੰ ਅਪਣਾ ਲਿਆ ਸੀ ਅਤੇ ਤਾਂ ਕਰਕੇ ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ, ਬੁੱਧ ਧਰਮ ਦੇ ਭਿਕਸ਼ੂਆਂ ਦੇ ਰਹਿਣ ਲਈ ਉਸਨੇ ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਰਹਿਣ ਲਈ ਜਗ੍ਹਾ ਬਣਵਾਈਆਂ ਸਨ ਅਤੇ ਬੁੱਧ ਧਰਮ ਨੂੰ ਸਮਰਪਿਤ ਹੀ ਉਸਨੇ ਇੱਕ ਸਾਂਚੀ ਦਾ ਸਤੂਪ ਬਣਾਇਆ ਸੀ। ਇਸ ਚਿੱਤਰ ਦੇ ਵਿੱਚ ਅਸੀਂ ਸਾਂਚੀ ਦੇ ਸਤੂਪ ਨੂੰ ਦੇਖ ਸਕਦੇ ਹਾਂ। ਅਸ਼ੋਕ ਨੇ 4 ਸ਼ੇਰਾਂ ਵਾਲੀ ਇੱਕ ਮੂਰਤੀ ਬਣਵਾਈ ਜੋ ਪਿੱਠ ਜੋੜ ਕੇ ਬੈਠੇ ਹਨ। ਇਹ ਮੂਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ। ਜੇਕਰ ਅਸੀਂ ਇਹ ਚਿੱਤਰ ਵਿੱਚ ਦੇਖੀਏ ਤਾਂ ਬਿਲਕੁਲ ਵਿਚਕਾਰ ਵਾਲੀ ਫੋਟੋ ਦੇ ਵਿੱਚ ਬਿਲਕੁਲ ਵਿਚਕਾਰ ਇੱਕ ਸਾਨੂੰ 3 ਸ਼ੇਰ ਦਿਖ ਰਹੇ ਨੇ, ਪਰ ਇੱਕ ਇਸ ਦੇ ਪਿੱਛੇ ਹੈ ਜੋ ਪਿੱਠ ਨਾਲ ਪਿੱਠ ਜੋੜ ਕੇ ਬੈਠੇ ਹਨ। ਇਹ ਅੱਜ ਕੱਲ੍ਹ ਸਾਡੇ ਦੇਸ਼ ਦਾ ਅੱਜ ਕੱਲ੍ਹ ਇਹ ਰਾਸ਼ਟਰੀ ਚਿੰਨ੍ਹ ਹੈ, ਜਿਸ ਨੂੰ ਅਸੀਂ ਨੈਸ਼ਨਲ ਐਂਬਲਮ ਵੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਖਾਲੀ ਥਾਵਾਂ ਭਰੋ। ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੇਖ ਕੇ ਡਰ ਗਏ ਸਨ, ਇਸ ਲਈ ਉਹ ਬਿਆਸ ਦੇ ਨਦੀ ਤੋਂ ਹੀ ਮੁੜ ਗਏ ਸਨ। ਚੰਦਰਗੁਪਤ ਮੌਰਿਆ ਨੇ 297 ਈਸਵੀ ਪੂਰਵ ਤੱਕ ਰਾਜ ਕੀਤਾ। ਇਸ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਬਿੰਦੂਸਾਰ ਬਣਿਆ ਸੀ ਅਤੇ ਬਿੰਦੂਸਾਰ ਦੀ ਮੌਤ ਤੋਂ ਬਾਅਦ 273 ਈਸਵੀ ਪੂਰਵ ਵਿੱਚ ਅਸ਼ੋਕ ਰਾਜਾ ਬਣਿਆ ਸੀ। ਕੌਟਿਲਿਆ ਦੇ ਅਰਥ ਸ਼ਾਸਤਰ ਅਤੇ ਮੈਗਸਥੀਨਜ਼ ਦੀ ਇੰਡਿਕਾ ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਮੱਧ ਪ੍ਰਦੇਸ਼ ਵਿੱਚ ਬਰਹੂਤ ਦਾ ਸਤੂਪ ਬਹੁਤ ਪ੍ਰਸਿੱਧ ਹੈ। ਜਿਸ ਤਰ੍ਹਾਂ ਸਾਂਚੀ ਦਾ ਸਤੂਪ ਹੈ, ਸਾਂਚੀ ਦਾ ਸਤੂਪ ਤਾਂ ਅਸ਼ੋਕ ਨੇ ਬਣਵਾਇਆ ਸੀ। ਜੋ ਮੱਧ ਪ੍ਰਦੇਸ਼ ਵਿੱਚ ਬਰਹੂਤ ਦਾ ਸਤੂਪ ਹੈ, ਇਹ ਸੁੰਗ ਵੰਸ਼ ਨੇ ਬਣਵਾਇਆ ਸੀ। ਬਰਹੂਤ ਦਾ ਸਤੂਪ ਸੁੰਗ ਵੰਸ਼ ਨੇ ਬਣਵਾਇਆ ਸੀ ਅਤੇ ਸਾਂਚੀ ਦਾ ਸਤੂਪ ਮੌਰੀਆ ਕਾਲ ਦੇ ਅਸ਼ੋਕ ਨੇ ਬਣਾਇਆ ਸੀ। ਸਹੀ ਮਿਲਾਨ ਕਰੋ। ਮੈਗਸਥੀਨਜ਼ ਇੰਡਿਕਾ, ਇਸ ਨੇ ਇੱਕ ਪੁਸਤਕ ਲਿਖੀ ਸੀ। ਕੌਟਿਲਿਆ ਨੇ ਅਰਥ ਸ਼ਾਸਤਰ। ਸਾਂਚੀ ਦਾ ਸਤੂਪ ਹੈ। ਅਮਾਤਿਆ ਅਸੀਂ ਮੰਤਰੀਆਂ ਨੂੰ ਉਸ ਸਮੇਂ ਉਹ ਕਹਿੰਦੇ ਸਨ। ਸਹੀ ਜਾਂ ਗਲਤ? ਸੈਲਿਊਕਸ ਨੇ ਚੰਦਰਗੁਪਤ ਮੌਰਿਆ ਨੂੰ ਹਰਾਇਆ। ਜੋ ਸੈਲਿਊਕਸ ਸੀਗਾ ਉਹ ਸਿਕੰਦਰ ਦਾ ਸੈਨਾਪਤੀ ਸੀਗਾ। ਸਿਕੰਦਰ ਭਾਰਤ ਨੂੰ ਜਿੱਤਣ ਤੋਂ ਬਾਅਦ, ਕਿਉਂਕਿ ਸਿਕੰਦਰ ਦਾ ਬਿਆਸ ਦੇ ਕੰਢੇ 'ਤੇ ਹੋਈ ਮੁੜ ਗਿਆ ਸੀ, ਜਿੰਨਾ ਕੁ ਏਰੀਆ ਉਸਨੇ ਭਾਰਤ ਦਾ ਜਿੱਤਿਆ ਸੀ ਉਸ ਏਰੀਏ ਦਾ ਉਹ ਸੈਲਿਊਕਸ ਨੂੰ ਮਾਲਕ ਨੂੰ ਨਿਯੁਕਤ ਕਰ ਗਿਆ ਸੀ। ਪਰ ਚੰਦਰਗੁਪਤ ਮੌਰੀਆ ਨੇ ਆਪਣੇ ਗੁਰੂ ਨਾਲ ਮਿਲ ਕੇ ਉਸ ਨੂੰ ਹਰਾ ਦਿੱਤਾ ਸੀ, ਇਸ ਲਈ ਇਹ ਗਲਤ ਹੈ। ਚੰਦਰਗੁਪਤ ਮੌਰੀਆ ਨੇ ਹਰਾਇਆ ਸੀ, ਨਾ ਕਿ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਨੂੰ। ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ। ਅਸ਼ੋਕ ਨੇ ਲੋਹੇ ਦੇ ਸਤੰਭ ਨਹੀਂ ਬਣਵਾਏ ਸਨ, ਉਸਨੇ ਤਾਂ ਪੱਥਰਾਂ ਨੂੰ ਤਰਾਸ਼ ਕੇ ਉਹਨਾਂ ਦੇ ਸਤੰਭ ਬਣਵਾਏ ਸਨ। ਲੋਹੇ ਦਾ ਵਿਸ਼ਾਲ ਸਤੰਭ ਤਾਂ ਗੁਪਤ ਕਾਲ ਵਿੱਚ ਬਣਵਾਇਆ ਗਿਆ ਸੀ। ਅਸ਼ੋਕ ਨੇ ਪੱਥਰ ਦੇ ਸਤੰਭ ਬਣਵਾਏ ਸਨ, ਨਾ ਕਿ ਲੋਹੇ ਦੇ। ਮਹਾਮੰਤਰ ਸਿਕੰਦਰ ਦੇ ਅਫਸਰ ਸਨ। ਗਲਤ ਹੈ। ਸਿਕੰਦਰ ਦੇ ਅਫਸਰ ਨਹੀਂ ਸਨ। ਮਹਾਮੰਤਰ ਅਮਾਤਿਆ ਤਾਂ ਮੌਰੀਆ ਕਾਲ ਦੇ ਅਫਸਰ ਸਨ, ਨਾ ਕਿ ਸਿਕੰਦਰ ਦੇ। ਅਸ਼ੋਕ ਨੇ ਕਲਿੰਗ ਯੁੱਧ ਤੋਂ ਪਿੱਛੋਂ ਬੁੱਧ ਧਰਮ ਨੂੰ ਅਪਣਾਇਆ। ਇਹ ਸਹੀ ਹੈ, ਕਿਉਂਕਿ ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਹੀ ਆਪਣੇ ਪੁੱਤਰ ਮਹਿੰਦਰ ਅਤੇ ਆਪਣੀ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀਲੰਕਾ ਵਿੱਚ ਭੇਜਿਆ ਸੀ ਅਤੇ ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਬੁੱਧ ਧਰਮ ਨਾਲ ਸੰਬੰਧਿਤ ਕਈ ਸਤੂਪ ਬਣਵਾਏ ਸਨ। ਚੰਦਰਗੁਪਤ
ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕਰਾਇਆ। ਇਹ ਠੀਕ ਹੈ। ਜੋ ਸੁਦਰਸ਼ਨ ਝੀਲ ਹੈ ਉਹ ਗੁਜਰਾਤ ਦੇ ਗਿਰਨਾਰ ਵਾਲੇ ਪਾਸੇ ਹੈ। ਇਸ ਦਾ ਨਿਰਮਾਣ ਚੰਦਰਗੁਪਤ ਮੌਰਿਆ ਨੇ ਕਰਾਇਆ ਸੀ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਮੌਰੀਆ ਕਾਲ ਦੇ ਪਾਠ ਨੰਬਰ 13 ਦੇ ਕੁਐਸਚਨ ਆਨਸਰ ਕੀਤੇ ਹਨ। ਇਸ ਤੋਂ ਅਗਲੀ ਵੀਡੀਓ ਦੇ ਰਾਹੀਂ ਅਸੀਂ ਨਾਗਰਿਕ ਸ਼ਾਸਤਰ ਪਾਠ ਨੰਬਰ 20 ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕਰਾਂਗੇ। ਧੰਨਵਾਦ।